ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਸਾਧਾਰਨ ਅਰਥ ਇਹ ਹਨ ਕਿ ਗੁਰੂ ਸਾਹਿਬ ਆਪਣੇ ਗੁਰਸਿੱਖਾਂ, ਆਪਣੇ ਹਰਜਨ ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ਥਿਰ ਘਰ ਅਥਵਾ ਆਤਮਾ ਵਿੱਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰੂ ਤੇਰੇ ਕਾਰਜ ਸਵਾਰ ਦੇਵੇਗਾ। ਹਾਂਜੀ, ਆਪਣੇ ਮਨ ਨੂੰ ਆਪਣੇ ਥਿਰ ਘਰ ਅਥਵਾ ਆਪਣੀ ਆਤਮਾ ਵਿੱਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰੂ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ। ਇਹ ਗੱਲ ਹੈ ਤਾਂ ਸਿੱਧੀ ਸਾਦੀ, ਪਰ ਇਸ ਵਿੱਚ ਅਤਿਅੰਤ ਡੂੰਘੇ ਆਤਮਿਕ ਭੇਦ ਛੁਪੇ ਹੋਏ ਹਨ। ਇਸ ਲਈ ਇਹਨਾਂ ਗੁਪਤ ਆਤਮਿਕ ਭੇਦਾਂ ਨੂੰ ਖੋਲ੍ਹਣ ਲਈ ਅਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਪਹਿਲੀ ਪੰਕਤੀ ਦੇ ਮੁੱਢਲੇ 3 ਅੱਖਰ ਹਨ ਥਿਰ, ਘਰ ਅਤੇ ਬੈਸੋ। ਇਹਨਾਂ ਦੇ ਅੰਤਰੀਵ ਭਾਵਾਂ ਤੇ ਗੁੱਝੇ ਭੇਦਾਂ ਦੀ ਵੱਖ-ਵੱਖ ਵਿਚਾਰ ਕੀਤੀ ਜਾਂਦੀ ਹੈ। ਪਹਿਲਾ ਹੈ ਥਿਰ। ਥਿਰ ਅੱਖਰ ਇਸ ਪੰਕਤੀ ਵਿੱਚ ਘਰ ਅੱਖਰ ਦਾ ਵਿਸ਼ੇਸ਼ਣ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਨੂੰ ਗੁਰੂ ਸਾਹਿਬ ਗੁਰਬਾਣੀ ਵਿੱਚ ਪ੍ਰੇਰਨਾ ਕਰਦੇ ਹਨ ਕਿ ਅਸੀਂ ਆਪਣੇ ਮਨ ਨੂੰ ਐਸੇ ਘਰ ਵਿੱਚ ਟਿਕਾ ਲਈਏ ਜੋ ਸਦੀਵੀ, ਨਿਹਚਲ, ਸਥਿਰ, ਅਹਲ, ਅਟਲ ਅਤੇ ਅਚਲ ਹੈ। ਪਰ ਸਾਡੇ ਬਾਹਰਮੁਖੀ ਦਿਮਾਗੀ ਗਿਆਨ ਅਨੁਸਾਰ ਅਸੀਂ ਇੱਟਾਂ, ਗਾਰਾਂ, ਸੀਮਟ, ਲੱਕੜਾਂ ਆਦਿ ਨਾਲ ਬਣੇ ਹੋਏ ਦ੍ਰਿਸ਼ਟਮਾਨ ਘਰਾਂ ਨੂੰ ਹੀ ਆਪਣਾ ਨਿਜ ਘਰ ਅਥਵਾ ਥਿਰ ਘਰ ਸਮਝੀ ਬੈਠੇ ਹਾਂ। ਇਹ ਦੀਸਣਹਾਰ ਘਰ ਸਦੀਵੀ ਬਦਲਦੇ ਅਤੇ ਢਹਿੰਦੇ ਰਹਿੰਦੇ ਹਨ। ਇਸ ਲਈ ਇਹ ਨਾਸ਼ਵੰਤ ਘਰ ਥਿਰ ਘਰ ਅਥਵਾ ਨਿਜ ਘਰ ਨਹੀਂ ਅਖਵਾ ਸਕਦੇ। ਇਸ ਦੇ ਉਲਟ ਗੁਰਬਾਣੀ ਵਿੱਚ ਦੱਸੇ ਹੋਏ ਆਤਮਿਕ ਮੰਡਲ ਦੇ ਥਿਰ ਘਰ ਅਥਵਾ ਨਿਜ ਘਰ ਦੇ ਸਥਿਰ, ਨਿਹਚਲ, ਅਟਲ, ਅਹਲ, ਅਚਲ ਤੇ ਅਬਨਾਸੀ ਅਦ੍ਰਿਸ਼ਟ ਘਰ ਵੱਲ ਇਸ਼ਾਰਾ ਹੈ। ਇਸ ਲਈ ਸਾਡੇ ਮਨੋਕਲਪਤ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਆਤਮ ਮੰਡਲ ਦੇ ਥਿਰ ਘਰ ਦਾ ਨਿਖੇੜਵਾਂ ਗਿਆਨ, ਸੋਝੀ ਜਾਂ ਨਿਰਣਾ ਕਰਨ ਦੀ ਲੋੜ ਹੈ। ਇਸ ਨਿਰਣੇ ਦੀ ਖੋਜ ਕਰਨ ਵਿੱਚ ਗੁਰਬਾਣੀ ਸਾਡੀ ਇਉਂ ਸਹਾਇਤਾ ਅਤੇ ਅਗਵਾਈ ਕਰਦੀ ਹੈ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਨ, ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਲਾਜ ਨ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਇਸ ਦੇ ਐਨ ਉਲਟ ਗੁਰਬਾਣੀ ਵਿੱਚ ਥਿਰ ਘਰ ਅਥਵਾ ਨਿਜ ਘਰ ਦੇ ਸੋਹਣੀ ਤਸਵੀਰ ਇਉਂ ਖਿੱਚੀ ਹੈ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨ ਜਨਮ ਜਰਾ। ਮੁਕਾਮ ਤਿਸ ਨੂੰ ਆਖੀਐ, ਜਿਸ ਸਿਸ ਨ ਹੋਵੀ ਲੇਖ। ਅਸਮਾਨ ਧਰਤੀ ਚਲਸੀ, ਮੁਕਾਮ ਉਹੀ ਏਕ। बेगमपुरा शहर को नाव, दुख अंदोह नहीं तै ठाओ। ना तशवीश खिराज न माल, खौफ न खता न तरस जवाल। अब मोए खूब वतन गए पाई, ऊहाँ खैर सदा मेरे भाई रहाओ। कायम दायम सदा पातशाही, दोम न सेम 100 आही। आबा दान सदा मशहूर, ऊहाँ गनी बसै मामूर। त्यों त्यों सैल करे ज्यों पावै, महर महल ना को अटकावै। कह रविदास खलास चमारा, जो हम शहरी सो मीत हमारा। सो इस आत्म मंडल ਦੇ ਥਿਰ ਘਰ ਨੂੰ ਗੁਰਬਾਣੀ ਵਿੱਚ ਹੋਰ ਕਈਆਂ ਨਾਵਾਂ ਨਾਲ ਨਿਵਾਜਿਆ ਗਿਆ ਹੈ, ਜਿਸ ਤਰ੍ਹਾਂ ਕਿ ਸੱਚਖੰਡ। ਇਸੇ ਅੰਦਰਲੇ ਥਿਰ ਘਰ ਨੂੰ ਗੁਰਬਾਣੀ ਵਿੱਚ ਹੋਰ ਨਾਵਾਂ ਨਾਲ ਵੀ ਦਰਸਾਇਆ ਗਿਆ ਹੈ, ਜਿਵੇਂ ਸੱਚਖੰਡ, ਦਰ ਘਰ, ਹਰ ਦਰ, ਨਿਹਚਲ ਆਸਣ, ਨਿਜ ਘਰ, ਨਿਹਚਲ ਸਚਥਾਨਾ, ਅਨਭਵ ਨਗਰ, ਸੱਚ ਘਰ, ਬੇਗਮਪੁਰਾ, ਹਰ ਕਾ ਧਾਮ, ਆਪਨੜਾ ਘਰ, ਸੂਖ ਮਹਿਲ, ਬੈਕੁੰਠ ਨਗਰ, ਅਬਚਲ ਨਗਰ, ਸੰਤ ਮੰਡਲ, सहज घर, अबनासी महल आदि।
सचखंड वसै निरंकार, नानक दर कर एक है अवर न दूजी जाए। सहज सिफत भगत तत ज्ञाना, सदा आनंद निहचल सच थाना। सूख महल जा कै ऊंच दुआरे, तामै वासै भगत प्यारे। बैकुंठ नगर जहां संत वासा, प्रभ चरण कमल रिद माहे निवासा। कहो नानक मैं सहज कर पाया, हर भगत भंडार खजीना। सो इन्हां दोहां कारां अथवा दृष्टमान नाशवंत कर ते अनुभवी निज कर दी बाबत स्पष्ट निखड़वा ज्ञान निश्चा ते निर्णय होना ये अत लाजमी है। ये निज कर, अबचल नगर, बेगमपुरा, नानक मंडल, प्रीत देश, ये नाम रस दा देश, प्रेम स्वैपना दा इलाही कोट, अबचली जोत दा देश, ਇਹ ਕਿਤੇ ਧਰਤੀ ਉੱਤੇ, ਆਕਾਸ਼ਾਂ ਉੱਤੇ, ਪੁਲਾੜਾਂ ਹੈ ਅੰਦਰ ਜਾਂ ਪਤਾਲਾਂ ਹੇਠ ਲੁਕਿਆ ਹੋਇਆ ਨਹੀਂ ਹੈ, ਅਤੇ ਨਾ ਹੀ ਇਹ ਇੱਟਾਂ, ਗਾਰੇ, ਸੀਮਟ, ਪੱਥਰ, ਸੰਗਮਰਮਰ, ਲੱਕੜਾਂ ਆਦਿ ਦਾ ਬਣਿਆ ਹੋਇਆ ਹੈ। ਇਹ ਤਾਂ ਪ੍ਰਕਾਸ਼ ਰੂਪ ਹੈ। ਹਾਂਜੀ, ਜਿਸ ਸਥਿਰ ਘਰ ਵਿੱਚ ਬੈਠ ਕੇ ਟਿਕਣ ਦੀ ਸਾਨੂੰ ਗੁਰਬਾਣੀ ਪ੍ਰੇਰਨਾ ਦਿੰਦੀ ਹੈ, ਇਹ ਨਿਜ ਘਰ ਪ੍ਰਕਾਸ਼ ਰੂਪ ਹੈ, ਇਹ ਸ਼ਬਦ ਰੂਪ ਹੈ, ये रस रूप है, ये प्रीत खिच है, ये प्यार मस्ती है, ये प्रेम स्वैपना है, ये जोत विगास है, ये अनहद धुनी है, ये नाम रूप है, शब्द रूप है। अते साडे शरीर विच अंतर आत्मे लुकिया होया है। किथे है ये प्रकाश रूप निज कर? साडे शरीर दे अंदर ही साडे अंतर आत्मे विच लुकिया होया है। काया बहुखंड खोजते नवनिध पाई, काया नगरी शब्दे खोजै नाम नवंग निध पाई। मेरे करतै एक बनत बनाई, इस देही विच सब वथ पाई। सो उस आत्मक देश अथवा बेगमपुरा विच वसण लई ये पंज भूतक शरीर या ये दुनियावी घर जां शरीर नूं त्यागण दी लोड़ नहीं। हाँ जी, अंतर आत्मे जिहड़ा निज घर है, प्रकाश रूप, रस रूप, नाम रूप, उस विच वसण लई ना तो इस देह नूं त्यागण दी लोड़ है, पंज भूतक शरीर नूं, ना अपने बाहरले दृष्टमान घरां नूं त्यागण दी लोड़ है। क्योंकि वो निरंकार दा देश तां अत सूखम है, वो साडे बुद्धि मंडल दी सोच विचार दी पकड़ विच नहीं आ सकदा। ये तां सिर्फ अनुभव प्रकाश द्वारा ही बुझिया जां पहचानिया जा सकदा है। इस अदृष्ट इलाही मंडल दा आनंद इसे संसार विच रहिंदियां होइयां केवल साध संगत दे मेल, गुरबाणी दी रोशनी, मन दी आत्मक सेध, आत्म परायण हो के नाम अभ्यास करदियां शब्द सुरत लिवलीन हो के गुर प्रसाद द्वारा ही अनुभव कीता ते माणिया जा सकदा है। हाँ जी, उस रस रूप, नाम रूप, अंतर आत्मे निज घर दा आनंद इसे संसार विच रहिंदियां होइयां यानी साध संगत विच विचरदियां गुरबाणी दी रोशनी, गुरबाणी दी अगवाई लैके मन नूं आत्मक सेध दे के अंतरमुखी हो के आत्म परायण हो के नाम अभ्यास करदियां करदियां शब्द सुरत विच लिवलीन हो के गुरु दी किरपा द्वारा माणिया जा सकदा है। इस बेगमपुरे निज घर दी खोज अते अनुभव दी प्राप्ति करन लई गुरबाणी साडी इउं अगवाई करदी है। शब्द मन रंगिया लिव लाए, निज घर वस्या प्रभ की रजाए। साधु कै संग महल पहुँचे, सच शब्द कमाइए, निज घर जाइए, पाइए गुणी निदाना। प्रभ अपना हृदय ते आए, घर सही सलामत आए। संत प्रसाद निहचल कर पाया, नौ दरवाजे साध साथ सदाया। 20-21 उलंग निज कर आया। सो ये तां दो अखरां दी व्याख्या सी थिर अते घर दी। हुण तीसरा अखर है इस पंक्ति दा बैसो। बैसो साडा चंचल मन एक पल लई भी नहीं टिकदा।
ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ ਦੀ ਲੋੜ ਹੈ, ਜਿਸ ਉੱਤੇ ਇਹ ਮਨ ਧਿਆਨ ਧਰ ਕੇ ਆਪਣੀ ਸੁਰਤੀ ਬਿਰਤੀ ਟਿਕਾ ਸਕੇ। ਗੁਰਮਤਿ ਅਨੁਸਾਰ ਉਹ ਨੁਕਤਾ ਗੁਰਮੰਤਰ ਅਥਵਾ ਗੁਰਸ਼ਬਦ ਹੈ। ਕਿਉਂਕਿ ਸ਼ੁਰੂਆਤ ਵਿੱਚ ਪੜ੍ਹਿਆ ਕਿ ਆਪਣੇ ਮਨ ਨੂੰ ਆਪਣੀ ਆਤਮਾ ਵਿੱਚ ਟਿਕਾਵਾਂਗੇ ਤਾਂ ਹੀ ਸਤਿਗੁਰੂ ਸਾਡੇ ਸਾਰੇ ਕਾਰਜ ਸਵਾਰ ਦੇਵੇਗਾ। ਸੋ ਉਹ ਤਾਂ ਦੇਖ ਲਿਆ ਰਸ ਰੂਪ ਹੈ ਸਾਡਾ ਨਿਜ ਘਰ ਆਤਮਾ ਵਿੱਚ, ਪਰ ਉੱਥੇ ਮਨ ਨੂੰ ਟਿਕਾਉਣ ਲਈ ਇੱਕ ਨੁਕਤੇ ਦੀ ਲੋੜ ਹੈ। ਗੁਰਮਤਿ ਅਨੁਸਾਰ ਉਹ ਨੁਕਤਾ ਵਾਹਿਗੁਰੂ ਗੁਰਮੰਤਰ ਹੈ। ਸੋ ਚਲਾਇਮਾਨ ਦੇ ਸ਼ਬਦ ਉੱਤੇ ਟਿਕਣ ਲਈ, ਨਾਮ ਸਿਮਰਨ ਕਰਨ ਲਈ, ਸ਼ਬਦ ਸੁਰਤ ਦੀ ਕਮਾਈ ਲਈ ਅਤਿਅੰਤ ਦ੍ਰਿੜਤਾ ਤੇ ਉਦਮ ਦੀ ਲੋੜ ਹੈ। ਹਾਂਜੀ, ਇਹ ਜਿਹੜਾ ਗੁਰਮੰਤਰ ਦਾ ਅਭਿਆਸ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣੇ ਮਨ ਨੂੰ ਟਿਕਾਉਣਾ ਹੈ, ਇਸ ਲਈ ਬਹੁਤ ਅਭਿਆਸ ਦੀ ਲੋੜ ਹੈ, ਅਤਿਅੰਤ ਦ੍ਰਿੜਤਾ ਤੇ ਉਦਮ ਦੀ ਲੋੜ ਹੈ। ਤੇ ਇਸ ਸਿਮਰਨ ਅਭਿਆਸ ਲਈ ਸਾਧ ਸੰਗਤ ਦੀ ਪ੍ਰੇਰਨਾ ਤੇ ਸਹਾਇਤਾ ਵੀ ਅਤਿਅੰਤ ਲੋੜ ਹੈ। ਸਮੇਂ ਸਮੇਂ ਸਿਰ ਸਹਾਇਤਾ ਦੀ ਤਾਂ ਹਮੇਸ਼ਾ ਲੋੜ ਹੈ, ਪ੍ਰੇਰਨਾ ਦੀ ਵੀ ਲੋੜ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ ਕਾ ਨਾਮ ਤੇ ਆਈਐ ਸਤਸੰਗਤ ਮੇਲ ਮਿਲਾਏ। ਨਾਨਕ ਜਪੀਐ ਮਿਲ ਸਾਧ ਸੰਗਤ, ਹਰ ਬਿਨ ਅਵਰ ਨਾ ਹੋਰ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਤਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ। ਸੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ ਗੁਰ ਸ਼ਬਦ ਸਾਡੇ ਮਨ ਤਨ ਚਿੱਤ ਅੰਤਸ਼ਕਰਣ ਵਿੱਚ ਧਸ ਵਸ ਰਸ ਕੇ ਰੋਮ ਰੋਮ ਵਿੱਚ ਸਮਾ ਜਾਂਦਾ ਹੈ। ਸਾਧ ਸੰਗਤ ਮਨ ਵਸੈ, ਸਾਚ ਹਰ ਕਾ ਨਾਮ। ਸਤਸੰਗਤ ਸਾਧੂ ਲਗ ਹਰ ਨਾਮ ਸਮਾਈਐ। ਇਸ ਤਰ੍ਹਾਂ ਆਤਮਿਕ ਪ੍ਰੇਮ ਸਵੈਪਨਾ ਦੇ ਨਾਮ ਰਸ ਅਥਵਾ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਬਿਸਮਾਦ ਹੋਣਾ ਹੀ ਥਿਰ ਕਰ ਬੈਸੋ ਹਰ ਜਨ ਪਿਆਰੇ ਦੇ ਉਪਦੇਸ਼ ਨੂੰ ਕਮਾਉਣਾ ਹੈ। ਹਾਂਜੀ, ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਟੁੱਟ ਸਿਮਰਨ ਕਰਨਾ ਹੈ ਹਰ ਸਵਾਸ ਨਾਲ ਵਾਹਿਗੁਰੂ। ਇਹ ਜਪਦਿਆਂ ਜਪਦਿਆਂ ਜਦੋਂ ਇਹ ਗੁਰਮੰਤਰ ਸਾਡੇ ਮਨ ਤਨ ਚਿੱਤ ਅੰਤਸ਼ਕਰਣ ਵਿੱਚ ਧਸ ਵਸ ਕੇ ਰੋਮ ਰੋਮ ਵਿੱਚ ਸਮਾ ਗਿਆ, ਇਸ ਤਰ੍ਹਾਂ ਇਸ ਆਤਮਿਕ ਪ੍ਰੇਮ ਸਵੈਪਨਾ ਦੇ ਨਾਮ ਰਸ ਅਥਵਾ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਬਿਸਮਾਦ ਜਦੋਂ ਹੋ ਗਿਆ ਜੀ, ਉਸ ਹਾਲਤ ਵਿੱਚ ਇਸ ਪੰਕਤੀ ਨੂੰ ਕਮਾਣਾ ਕਹਿੰਦੇ ਹਨ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਊਚਮ ਊਚੀ ਸੂਚਮ ਸੂਚੀ ਆਤਮਿਕ ਕਮਾਈ ਕੋਈ ਵਿਰਲੇ ਗੁਰਮੁਖ ਹਰ ਜਨ ਪਿਆਰੇ ਹੀ ਕਰਦੇ ਹਨ। ਇਸੇ ਲਈ ਇਹ ਥਿਰ ਕਰ ਬੈਸੋ ਦਾ ਉਪਦੇਸ਼ ਹਰ ਜਨ ਪਿਆਰਿਆਂ ਵੱਲ ਸੰਬੋਧਿਤ ਕੀਤਾ ਗਿਆ ਹੈ। ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਆਉਂਦੀ, ਉਹ ਸਹਿਜ ਸੁਭਾਏ ਆਪਣੇ ਮਾਂ-ਬਾਪ ਦੇ ਆਸਰੇ ਪਲਦਾ ਹੈ। ਉਸ ਦੀ ਆਪਣੇ ਮਾਂ-ਬਾਪ ਉੱਤੇ ਭੋਲੇ ਪਾਏ ਸ਼ਰਧਾ ਭਾਵਨੀ ਦੀ ਟੇਕ ਹੁੰਦੀ ਹੈ। ਇਲਾਹੀ ਹੁਕਮ ਅਨੁਸਾਰ ਬੱਚੇ ਦੀ ਸੇਵਾ ਸੰਭਾਲ ਪਾਲਣ ਪੋਸ਼ਣ ਤੇ ਪਰਵਰਿਸ਼ ਦੀ ਜ਼ਿੰਮੇਵਾਰੀ ਉਸ ਦੇ ਮਾਂ-ਬਾਪ ਦੀ ਲੱਗੀ ਹੋਈ ਹੈ। ਬੱਚੇ ਦੇ ਭੋਲੇਪਨ ਅਤੇ ਸਹਿਜ ਸੁਭਾਅ ਸ਼ਰਧਾ ਭਾਵਨੀ ਦੀ ਇਹ ਕੁਦਰਤੀ ਖੇਲ ਹੈ। ਪਰ ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਅਤੇ ਹਉਮੈ ਵੇੜੀ ਸਿਆਣਪ ਘੋੜਦਾ ਹੈ, ਤਿਉਂ-ਤਿਉਂ ਮਾਂ ਪਿਆਰ ਦੀ ਸਰਪ੍ਰਸਤੀ ਜਾਂ ਪ੍ਰਬੰਧ ਵਿੱਚ ਵਿਘਨ ਪਾ ਕੇ ਆਪਣੀ ਹੀ ਸਿਆਣਪ ਵਿੱਚ ਕਰਮਬੱਧ ਹੁੰਦਾ ਜਾਂਦਾ ਹੈ ਅਤੇ ਮਾਂ ਪਿਆਰ ਦੀ ਨਿੱਘੀ ਗੋਦ ਤੇ ਸੁੱਖ ਤੇ ਆਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਇਨਸਾਨ ਆਪਣੀ ਤੀਖਣ ਬੁੱਧੀ ਤੇ ਹਉ ਧਾਰੀ ਸਿਆਣਪ ਦੁਆਰਾ ਇਲਾਹੀ ਸੁਖਦਾਈ ਤੇ ਆਤਮਿਕ ਸਰਪ੍ਰਸਤੀ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਕਰਤਾ ਧਰਤਾ ਸਮਝਦਾ ਹੈ ਤਾਂ ਇਲਾਹੀ ਪਿਆਰ ਦੀ ਨਿੱਘੀ ਰੱਬੀ ਗੋਦ ਤੋਂ ਵਾਂਝਾ ਹੋ ਜਾਂਦਾ ਹੈ। ਪਰ ਗੁਰਮੁਖ ਜਨ ਅਥਵਾ ਹਰ ਜਨ ਪਿਆਰੇ ਇਹ ਆਪਣੀ ਕੂੜੀ ਹਉਮੈ ਅਥਵਾ ਸਿਆਣਪਾਂ ਉਕਤੀਆਂ ਜੁਗਤੀਆਂ ਇਹੜ ਤੇਹੜ ਗਿਆਨ ਫਿਲਾਸਫੀਆਂ ਕਿਉਂ ਕਿਆ ਕੈਸੇ ਦੇ ਫਿਕਰ ਚਿੰਤਾ ਤੋਖਲੇ ਵਾਲੀ ਬੁੱਧੀ ਦੇ ਢਕੌਂਸਲੇ ਤੇ ਸਕੀਮਾਂ ਛੱਡ ਕੇ ਨਿੱਕੇ ਬੱਚੇ ਵਾਂਗ ਸਤਿਗੁਰੂ ਦੀ ਚਰਨ ਸ਼ਰਨ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਅਥਵਾ ਥਿਰ ਘਰ ਵਿੱਚ ਬੈਸ ਕੇ ਅਟੁੱਟ ਸਿਮਰਨ ਦੁਆਰਾ ਸੁਰਤ ਸ਼ਬਦ ਵਿੱਚ ਲਿਵ ਲਾਉਂਦੇ ਹਨ
ਤਦ ਇਹ ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਹਾਂਜੀ, ਮਹਾਂਪੁਰਖ ਵੀ ਉਹੀਓ ਗੁਰਮੰਤਰ ਦਾ ਜਾਪ ਕਰਦੇ ਹਨ, ਪਰ ਉਹਨਾਂ ਨੂੰ ਬਖਸ਼ਿਸ਼ਾਂ ਕਿਉਂ ਪ੍ਰਾਪਤ ਹੁੰਦੀਆਂ ਨੇ, ਆਤਮਿਕ ਬਰਕਤਾਂ? ਉਹ ਇਸ ਲਈ ਕਿ ਆਪਣੇ ਤੋਖਲੇ, ਚਿੰਤਾ, ਸਿਆਣਪਾਂ, ਸਕੀਮਾਂ ਸਭ ਕੁਝ ਛੱਡ ਦਿੰਦੇ ਹਨ। ਨਿੱਕੇ ਬੱਚੇ ਵਾਂਗ ਸਤਿਗੁਰੂ ਦੀ ਚਰਨ ਸਰਨ, ਪ੍ਰੇਮ ਸਵੈਪਨਾ ਦੀ ਨਿੱਗੀ ਗੋਦ ਅਥਵਾ ਥਿਰ ਘਰ ਵਿੱਚ ਬੈਸ ਕੇ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ। ਤਦ ਹੀ ਤਾਂ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ। ਸੋ ਜਦ ਹਰ ਜਨ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੇ ਇਲਾਹੀ ਮੰਡਲ ਵਿੱਚ ਬੇਬੀ ਵਾਂਗ ਭੋਲੇ ਭਾਏ ਵਸਦਾ ਹੈ, ਤਾਂ ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ। ਜਦੋਂ ਬੱਚੇ ਵਾਂਗ ਉਸ ਇਲਾਹੀ ਮੰਡਲ ਵਿੱਚ ਵਸਦਾ ਹੈ, ਤਾਂ ਸਤਿਗੁਰੂ ਉਸ ਨੂੰ ਇਉਂ ਨਿਵਾਜਦਾ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਇਂਦਾ, ਨਹੀਂ ਕਰਦਾ ਆਲਕ, ਔਗਣ ਕੋ ਨ ਚਿਤਾਰਦਾ, ਗਲ ਸੇਤੀ ਲਾਇਕ। ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਗਿਆਨ ਰਾਸ ਨਾਮ ਤਨ ਸੌਂਪਿਓਨ, ਇਸ ਸੌਦੇ ਲਾਇਕ। ਸਾਂਝੀ ਗੁਰ ਨਾਲ ਬਹਾਲਿਆ, ਸਰਬ ਸੁਖ ਪਾਇਕ। ਮੈਂ ਨਾਲੋਂ ਕਦੇ ਨ ਵਿਛੜੈ, ਹਰ ਪਿਤਾ ਸਭਨਾ ਗਲਾ ਲਾਇਕ। ਖੇਲ ਖਿਲਾਏ ਲਾਡ ਲਡਾਵੇ, ਸਦਾ ਸਦਾ ਅੰਦਾਈ। ਪ੍ਰਤਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਸੋ ਨਿੱਕੇ ਬੱਚੇ ਦੀ ਇਸ ਉਦਾਹਰਣ ਤੋਂ ਸਿੱਧ ਹੋਇਆ ਕਿ ਆਪਣੀ ਹਉਮੈ ਵੇੜੀ ਸਿਆਣਪ ਦੇ ਤਿਆਗਣ ਲਈ, ਸਿਆਣਪ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ, ਸਦੀਵੀ ਅਟਲ ਕੁਸਲ ਖੇਮ ਪ੍ਰਾਪਤ ਕਰਨ ਲਈ, ਤੇ ਆਪਣੇ ਥਿਰ ਘਰ ਵਿੱਚ ਬੈਸ ਕੇ ਬੇਪਰਵਾਹ ਤੇ ਬੇਫਿਕਰ ਹੋਣ ਲਈ, ਇਲਾਹੀ ਦਾਤਾਂ ਤੇ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ, ਆਪਣੇ ਸਾਰੇ ਦੁਨਿਆਵੀ ਤੇ ਆਤਮਿਕ ਕਾਰਜ ਸਵਾਰਨ ਲਈ ਬੇਬੀ ਵਾਂਗ ਸਾਡੇ ਮਨ ਵਿੱਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹਾਂਜੀ, ਜਦੋਂ ਬੱਚੇ ਵਾਂਗ ਸਾਡੇ ਅੰਦਰ ਵਿਸ਼ਵਾਸ ਜਾਗਿਆ ਰੱਬ ਦੇ ਉੱਤੇ, ਫਿਰ ਸਿਆਣਪਾਂ ਨਹੀਂ ਘੋਟਾਂਗੇ, ਤੇ ਉਹ ਸਿਆਣਪਾਂ ਤੋਂ ਜਿਹੜੇ ਦੁੱਖ ਕਲੇਸ਼ ਉਪਜਦੇ ਹਨ ਉਹ ਵੀ ਨਹੀਂ ਵਿਆਪਣਗੇ, ਤੇ ਫਿਰ ਸਦੀਵੀ ਸੁਖ ਦੀ ਪ੍ਰਾਪਤੀ ਵੀ ਉਸੇ ਟਾਈਮ ਹੋਏਗੀ ਜਦੋਂ ਬੱਚੇ ਵਾਂਗ ਵਿਸ਼ਵਾਸ ਉਪਜ ਪਿਆ ਪਰਮਾਤਮਾ ਦੇ ਉੱਤੇ। ਫਿਰ ਥਿਰ ਘਰ ਵਿੱਚ ਬੈਸ ਕੇ ਬੇਪਰਵਾਹ ਹੋ ਕੇ ਇਲਾਹੀ ਦਾਤਾਂ ਤੇ ਬਖਸ਼ਿਸ਼ਾਂ ਮਾਣਾਂਗੇ। ਸਿਰਫ ਆਤਮਿਕ ਕਾਰਜ ਹੀ ਨਹੀਂ, ਸਾਡੇ ਸਾਰੇ ਦੁਨਿਆਵੀ ਕਾਰਜ ਵੀ ਉਸ ਟਾਈਮ ਸਵਰ ਜਾਣਗੇ। ਆਪਣੇ ਸਾਰੇ ਦੁਨਿਆਵੀ ਤੇ ਆਤਮਿਕ ਕਾਰਜ ਸਵਾਰਨ ਲਈ ਬੇਬੀ ਵਾਂਗ ਸਾਡੇ ਮਨ ਵਿੱਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਇਹਨਾਂ ਰੱਬੀ ਗੁਣਾਂ ਉੱਤੇ ਵੀ ਬੱਚੇ ਵਾਂਗ ਸਾਡੇ ਅੰਦਰ ਸਹਿਜ ਸੁਭਾਅ ਨਿਸ਼ਚਾ ਹੋਣਾ ਜ਼ਰੂਰੀ ਹੈ। ਕਿਹੜੇ ਗੁਣ ਰੱਬ ਦੇ? ਸਦਾ ਅੰਗ ਸੰਗੇ, ਹਾਥ ਪੈ ਨੇਰੇ, ਰੱਖੇ ਜੀ ਨਾਲੇ, ਸਾਚ ਦ੍ਰਿੜਾਵੇ, ਅਕਥ ਕਥਾਵੇ, ਸਦ ਬਖਸ਼ਿੰਦ, ਸਦਾ ਮਿਹਰਵਾਨਾ, ਸਭ ਸੂਖਨ ਕੋ ਦਾਤਾ, ਸਭ ਦੁਖਨ ਕੋ ਹੰਤਾ, ਔਗਣ ਕੋ ਨ ਚਿਤਾਰੇ, ਅੰਤੀ ਅਵਸਰ ਲੈ ਛਡਾਏ, ਦਇਆ ਨਿਧ, ਭਗਤ ਵਛਲ, ਪ੍ਰੇਮ ਪੁਰਖ, ਪ੍ਰਤਪਾਲੈ ਨਿਤਸਾਰ ਸੰਭਾਲੈ, ਖੇਲ ਖਿਲਾਵੇ, ਲਾਡ ਲਡਾਵੇ, ਮਾਤ ਪਿਤਾਈ। ਸੋ ਜਿੱਥੇ ਪਰਮਾਤਮਾ ਤੇ ਬੇਬੀ ਵਾਂਗ ਸਾਡਾ ਅੰਦਰ ਵਿਸ਼ਵਾਸ ਜ਼ਰੂਰੀ ਹੈ, ਉੱਥੇ ਜਿਹੜੇ ਇਹ ਮੁੱਢਲੇ ਗੁਣ ਹਨ ਪਰਮਾਤਮਾ ਦੇ, ਇਹਨਾਂ ਉੱਤੇ ਵੀ ਬੇਬੀ ਵਾਂਗ ਸਹਿਜ ਸੁਭਾਅ ਸਾਡਾ ਨਿਸ਼ਚਾ ਹੋਣਾ ਚਾਹੀਦਾ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੈ ਸੋਏ। ਐਸੇ ਭੋਲੇ ਪਾਏ ਦ੍ਰਿੜ ਵਿਸ਼ਵਾਸ ਤੋਂ ਬਗੈਰ ਅਸੀਂ ਕਦਾਚਿਤ ਥਿਰ ਘਰ ਵਿੱਚ ਬੈਸ ਨਹੀਂ ਸਕਦੇ,
ਤੇ ਨਾ ਹੀ ਸਾਡੇ ਕਾਰਜ ਸਵਰ ਸਕਦੇ ਹਨ। ਧਿਆਨ ਦੇਣਾ ਜੀ, ਥਿਰ ਘਰ ਵਿੱਚ ਬੈਸਣ ਲਈ ਜਿੱਥੇ ਗੁਰਮੰਤਰ ਉੱਤੇ ਮਨ ਟਿਕਾਵਣਾ ਹੈ, ਉਥੇ ਇਹੋ ਜਿਹੇ ਭੋਲਾ ਪਾਏ ਦ੍ਰਿੜ ਵਿਸ਼ਵਾਸ ਵੀ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਵੀ ਅਸੀਂ ਥਿਰ ਘਰ ਵਿੱਚ ਬੈਸ ਨਹੀਂ ਸਕਦੇ। ਜੇ ਗੁਰਮੰਤਰ ਨਾਲ ਮਨ ਟਿਕਾ ਲਿਆ, ਕੱਲ ਨੂੰ ਕੋਈ ਆਫਤ ਆ ਗਈ, ਤੂੰ ਕੋਈ ਦੁੱਖ ਕਲੇਸ਼ ਆ ਗਿਆ, ਤੇ ਫਿਰ ਜੇ ਭੋਲੇ ਪਾਏ ਵਿਸ਼ਵਾਸ ਨਹੀਂ ਹੈ, ਮਨ ਵਿੱਚ ਤੋਖਲਾ ਆਵੇਗਾ, ਹਾਏ ਹੁਣ ਕੀ ਹੋਵੇਗਾ। ਸੋ ਉਹ ਤੋਖਲਾ ਜਾਂ ਚਿੰਤਾ ਆ ਜਾਏਗੀ। ਸੋ ਇਸ ਫਿਰ ਕੀ ਕਰਾਂਗੇ, ਸਕੀਮਾਂ ਕੋਟਾਂਗੇ, ਸਿਆਣਪਾਂ ਕੋਟਾਂਗੇ ਉਸ ਆਫਤ ਤੋਂ ਬਚਣ ਲਈ। ਸੋ ਇਸ ਭੋਲੇ ਪਾਏ ਵਿਸ਼ਵਾਸ ਤੋਂ ਬਗੈਰ ਸਾਡਾ ਮਨ ਕਦਾ ਚਿੱਤ ਵੀ ਟਿਕ ਨਹੀਂ ਸਕਦਾ, ਕਿਉਂਕਿ ਇਸ ਅਨੰਨ ਆਤਮਿਕ ਵਿਸ਼ਵਾਸ ਦੀ ਅਣਹੋਂਦ ਵਿੱਚ ਸਾਡਾ ਹਉਮੈ ਵੇੜਿਆ ਮਨ ਆਪਣੀ ਹੀ ਸਿਆਣਪ ਤੇ ਚਤਰਾਈਆਂ ਘੋੜਦਾ ਰਹੇਗਾ ਤੇ ਸਤਿਗੁਰੂ ਦੇ ਇਲਾਹੀ ਮਾਂ ਪਿਆਰ ਅਥਵਾ ਲਾਡਾਂ ਤੇ ਬਰਕਤਾਂ ਤੋਂ ਵਾਂਝਾ ਰਹੇਗਾ। ਗੁਰਬਾਣੀ ਵਿੱਚ ਇਨਸਾਨ ਦੀ ਇਸ ਅਦੋਗਤੀ ਨੂੰ ਇਉਂ ਦਰਸਾਇਆ ਗਿਆ ਹੈ, ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮਦਾਰ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਸੋ ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਵੇਗਾ। ਸੁਖ ਨਾ ਹੀ ਰੇ ਹਰ ਭਗਤ ਬਿਨ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਪਉ ਜਾਏ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਲੋੜੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਪਰ ਅਸੀਂ ਆਪਣੀਆਂ ਆਦਤਾਂ, ਨਿਸ਼ਚਿਆਂ ਤੇ ਅੰਤਸ਼ਕਰਨ ਦੇ ਡੂੰਘੇ ਅਸਰ ਹੇਠ ਕਰਮਬੱਧ ਹੋ ਕੇ ਰੋਜ਼ਾਨਾ ਜੀਵਨ ਦੇ ਰੂਟੀਨ ਵਿੱਚ ਇਤਨੇ ਗਲਤਾਨ ਮਸਤ ਤੇ ਗਵਾਚੇ ਰਹਿੰਦੇ ਹਾਂ ਕਿ ਪੁਰਾਣੀ ਜੀਵਨ ਪ੍ਰਣਾਲੀ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ, ਚਿਤਵਨੀ, ਚਾਉ, ਉਮਾ ਤੇ ਉਦਮ ਹੀ ਨਹੀਂ ਆਉਂਦਾ। ਜਨਮਾਂ ਜਨਮਾਂਤਰਾਂ ਤੋਂ ਆਪਣੇ ਅੰਤਸ਼ਕਰਨ ਦੇ ਅਧੀਨ ਪੁਰਾਣੇ ਖਿਆਲਾਂ, ਨਿਸ਼ਚਿਆਂ ਦਾ ਇਤਨਾ ਅਭਿਆਸ ਕੀਤਾ ਹੋਇਆ ਹੈ ਕਿ ਹਾਂ ਤਾਰੀ ਭਰਮਗੜ੍ਹ ਦੇ ਘੁੰਮਣ ਘੇਰੇ ਵਿੱਚ ਹੀ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਇਹਨਾਂ ਪੁਰਾਣੇ ਖਿਆਲਾਂ, ਨਿਸ਼ਚਿਆਂ, ਆਦਤਾਂ ਦੇ ਦੁਖਦਾਈ ਚੱਕਰ ਤੋਂ ਬਾਹਰ ਹੋਰ ਕਿਸੇ ਉਚੇਰੇ, ਚੰਗੇਰੇ, ਸੋਹਣੇਰੇ, ਸੁਖਦਾਈ, ਕਲਿਆਣਕਾਰੀ ਆਤਮਿਕ ਜੀਵਨ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਤਾਂਗ ਹੀ ਨਹੀਂ, ਲੋੜ ਹੀ ਨਹੀਂ। ਉਪਰਾਲਾ ਤਾਂ ਕੀ ਕਰਨਾ ਸੀ? ਜਿਹੜੇ ਨਿਸ਼ਚੇ ਕਈ ਜਨਮਾਂ ਤੋਂ ਘੜੇ ਹੋਏ ਹਨ, ਜਿਹੜੀਆਂ ਆਦਤਾਂ ਬਣੀਆਂ ਹੋਈਆਂ ਹਨ, ਉਹਨਾਂ ਨੂੰ ਤਿਆਗਣ ਦਾ ਚਾਅ ਵੀ ਨਹੀਂ, ਤੇ ਨਵੇਂ ਕੋਈ ਆਤਮਿਕ ਜੀਵਨ ਵੱਲ ਸਾਨੂੰ ਲੋੜ ਹੀ ਨਹੀਂ ਪਾਸਦੀ। ਉਪਰਾਲਾ ਤਾਂ ਇੱਕ ਪਾਸੇ ਰਿਹਾ। ਭਾਵੇਂ ਅਸੀਂ ਆਪਣੀ ਹਉਮੈ ਵੇੜੀ ਪੁਰਾਣੀ ਜੀਵਨ ਪ੍ਰਣਾਲੀ ਵਿੱਚ ਵਿਚਰਦਿਆਂ ਹੋਇਆਂ ਦੁਖੀ ਹੋ ਕੇ ਹਾਲ ਦੁਆਈ ਵੀ ਕਰੀ ਜਾਂਦੇ ਹਾਂ, ਤੇ ਨਾਲ ਹੀ ਚੰਗੇਰੀ ਸੁਖਦਾਈ ਆਤਮਿਕ ਜੀਵਨ ਸੇਧ ਦੀ ਬਾਬਤ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਸਮਝਦਿਆਂ ਸਮਝਾਉਂਦਿਆਂ, ਗਿਆਨ ਘੋੜਦਿਆਂ, ਫਿਲਾਸਫੀ ਘੋੜਦਿਆਂ, ਵਾਹ ਵਾਹ ਕਰਦਿਆਂ, ਸਿਰ ਹਿਲਾਉਂਦਿਆਂ, ਗਦਾ ਵੈਰਾਗ ਦੇ ਹੰਝੂ ਕੇਰਦਿਆਂ, ਕਰਮ ਕਾਂਡ ਕਰਦਿਆਂ, ਪਾਠ ਪੂਜਾ ਕਰਦਿਆਂ, ਭਲੇ ਭਲੇਰੇ ਬਣਦੇ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਪ੍ਰਣਾਲੀ ਨੂੰ ਛੱਡਣ ਲਈ ਤਿਆਰ ਨਹੀਂ। ਇੱਕ ਪਾਸੇ ਪੁਰਾਣੇ ਜੀਵਨ ਤੋਂ ਦੁਖੀ ਹਾਂ, ਹਾਏ ਹਾਏ ਵੀ ਕਰਦੇ ਹਾਂ, ਤੇ ਦੂਜੇ ਪਾਸੇ ਨਵੀਂ ਆਤਮਿਕ ਜੀਵਨ ਸੇਧ ਦੀ ਬਾਬਤ ਪੜ੍ਹਦੇ ਵੀ ਹਾਂ, ਹੋਰਾਂ ਨੂੰ ਪੜ੍ਹਾਉਂਦੇ ਹਾਂ, ਸੁਣਦੇ ਹਾਂ ਗੁਰਬਾਣੀ ਵਿੱਚ, ਹੋਰਾਂ ਨੂੰ ਵੀ ਸੁਣਾਉਂਦੇ ਹਾਂ, ਸਮਝਦੇ ਹਾਂ ਉਸ ਗਿਆਨ ਨੂੰ, ਹੋਰਾਂ ਨੂੰ ਸਮਝਾਉਂਦੇ ਹਾਂ, ਵਾਹ ਵਾਹ ਵੀ ਕਰਦੇ ਹਾਂ, ਬੜਾ ਸਵਾਦ ਆਇਆ। ਗਦਾ ਵੈਰਾਗ ਦੇ ਅੰਜੂ ਵੀ ਕੇਰਦੇ ਹਾਂ। ਗਦਾ ਵੈਰਾਗ ਤੋਂ ਭਾਵ ਕਿ ਆਪਣੀ ਇੱਕ ਹਾਲਤ ਤੇ ਪਛਤਾਵਾ ਕਰਕੇ ਰੋ ਲਿਆ, ਕੱਲ ਨੂੰ ਫਿਰ ਉਹੀਓ ਕੰਮ ਕਰ ਬੈਠੇ, ਫਿਰ ਰੋਇਆ, ਫਿਰ ਉਹੀਓ ਕੰਮ ਕਰ ਬੈਠਿਆ। ਸੋ ਗਦਾ ਵੈਰਾਗ ਦੇ ਹੰਝੂ ਵੀ ਘੇਰਦੇ ਹਾਂ, ਕਰਮਕਾਂਡ ਵੀ ਕਰਦੇ ਹਾਂ, ਪਾਠ ਪੂਜਾ ਵੀ ਕਰਦੇ ਹਾਂ। ਇੰਨਾ ਕੁਝ ਕਰਨ ਦੇ ਬਾਵਜੂਦ ਪੁਰਾਣੇ ਜੀਵਨ ਤੋਂ ਦੁਖੀ ਹੋ ਕੇ ਹਾਏ ਹਾਏ ਕਰਦੇ ਹਾਂ। ਨਵੀਂ ਜੀਵਨ ਦੀ ਬਾਬਤ ਗੁਰਬਾਣੀ ਵਿੱਚ ਰੋਜ਼ ਪੜ੍ਹ ਕੇ ਵਾਹ ਵਾਹ ਵੀ ਕਰਦੇ ਹਾਂ, ਵੀ ਆਪਣੀ ਪੁਰਾਣੀ ਰੂਟੀਨ ਨੂੰ ਛੱਡਣ ਲਈ ਤਿਆਰ ਨਹੀਂ। ਇਸੇ ਕਾਰਨ ਸਭ ਧਾਰਮਿਕ ਕਰਮ ਧਰਮ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹਾਂਜੀ, ਕਿਉਂਕਿ ਵਕਤੀ ਰਸ ਲੈ ਲੈਂਦੇ ਹਾਂ ਗੁਰਬਾਣੀ ਦਾ, ਜੀਵਨ ਵਿੱਚ ਨਹੀਂ ਟਾਲਦੇ।
सब कुछ करने के बावजूद जीवन में तब्दीली नहीं आती। पंचां दा क्या सिर मथे, पर नाला उथे दा उथे वाली साड़ी हासोहीणी जीवन चाल है। हुण सवाल ये है कि बेबी वर्गे भोले पाए विश्वास की प्राप्ति किवें हो सकती है। ये अज दे लेख का तत्त है, क्योंकि गुरमंत्र के अभ्यास के नाल नाल परमात्मा ते विश्वास जरूरी है। विश्वास होवेगा फिर मन के टिकाव विच कोई विघन नहीं पाएगा। कोई भी बाहरली आफत आवेगी, कोई विपरीत हालत वापरेगी, कोई दुख कलेश आवेगा, क्योंकि रब ते विश्वास होएगा, मन टिकया रहेगा, रब आपे सारे कार्य सवारेगा। सो गुरमंत्र दे जाप दे नाल बेबी वर्गा भोले पाए विश्वास जिहड़ा जरूरी है, ये विश्वास किवें प्राप्त होवे? ऐसा आत्मक सहज विश्वास पढ़ाइयां नाल, दिमागी ज्ञान नाल, फिलासफियां नाल, पाठ पूजा नाल, कर्म कांडा नाल, योग साधना द्वारा बाहरों प्राप्त नहीं हो सकता। क्योंकि बारमुखी दिमागी निश्चा श्रद्धा विश्वास ये अल्प बुद्धि ताई सीमित है, तो साड़ी मन की रंगत अनुसार हमेशा बदलता रहता है। बाहरों पाठ पूजा करके कुछ विश्वास दिमाग च बैठिया, वो बारमुखी विश्वास होंदा है, आत्मा चों नहीं फुटिया होंदा। मन की रंगत बदली विश्वास बदल जाता है। इस तरह किताबां पढ़ के जो दिमागी विश्वास आता है रब के प्रति, वो भी ओपरा होंदा है, क्योंकि बारमुखी दिमाग ताई सीमित होंदा है, तो मन की रंगत अनुसार ये विश्वास दृढ़ नहीं रहिंदा, बदलता रहता है। इस दे उल्ट आत्मक श्रद्धा ते विश्वास अंतर आत्मा विचों अपोली सहज सुभाए फुट के उपजदा है, वो दृढ़ ते अटल होंदा है। जिहड़ा विश्वास अंतर आत्मा विचों फुट के निकले, वो अटल विश्वास होंदा है, बदल नहीं सकता। सो ऐसा आत्मक विश्वास गुरमुख प्यारियां, बख्शे हुए महापुरखां, आत्म जीवन वाले हर जना की सेवा ते संगत विच उपजदा है ते प्रफुल्लत हो सकता है। जे शराबियां कोल बैठ के शराब की लत लग सकती है, अमलियां कोल बैठ के अमल दे आदि बन सकते हाँ, तो महापुरख जिहड़े आप भोले पाए विश्वास में जींदे हैं, उन्हां दी संगत विच इहो जिहा आत्मक विश्वास उपज सकता है। हाँ जी, ऐसा आत्मक विश्वास जिहड़ा दृढ़ अते अटल होंदा है, ये गुरमुख प्यारियां, बख्शे हुए महापुरखां, आत्म जीवन वाले हर जना की सेवा ते संगत विच उपजदा है। पर ज्यों ज्यों असी संगत वधांदे हाँ, ये प्रफुल्लत होंदा है। इत्थे लफज लिखिया पहला उपजना, फिर उन्हां दी संगत विच ही प्रफुल्लत होंदा है। इसनूं वधावना है, पहले थोड़ी मात्रा विच भावना उपजदी है विश्वास, ते ज्यों ज्यों संगत करी जाते हाँ ये विश्वास दृढ़ हो जाता है, प्रफुल्लत हो जाता है। जिमें बीज तो पहले टाणियां वगैरह निकलदियां, फिर जाके कित्थे पूरा पेड़ बनता है जिहड़ा तूफानां विच भी नहीं हिलदा। सो इसे करके साध संगत की बार बार सानू प्रेरणा की गई है, क्योंकि साध संगत विच ही आत्मक विश्वास बेबी वर्गा उपजदा है, फिर प्रफुल्लत होंदा है। गुरबाणी भी इस गल की इउं गवाही भरदी है, साध कै संग लगै प्रभ मीठा, साध संगत उपजै विश्वास, बाहर भीतर सदा प्रगास। साध संगत बिना भाव नहीं उपजै, भाव बिन भगत नहीं होए तेरी। सत्संगत मिलै तां दृढ़ता आवे, हर राम नाम निस्तारे। उपरलियां विचारां तो पता लगा कि सृष्टि में दो अड अड मुजाद मंडल हैं। एक होमे वेड़ी सियाणप दा मंडल है, जिस विच दुख, कलेश, चिंता, फिकर, तृष्णा दी अग वरत रही है। इत्थे तां सुख है ही नहीं, दुख ही दुख। ते निजकार एक दूसरा मंडल, निजकार बैगुंपरा अनुभवी मंडल, जिस विच सदीवी सुख है, सदा खैर है, उथे सदा खुशी है, उथे प्रीत प्रेम रस चाव नाम शांति वरत रही है। सो वो साडे अंतर आत्मा विच प्रकाश रूप है, जिस विच टिकण दा साधन रब उते विश्वास, जिहड़ा साध संगत चों प्राप्त होंदा है, ते गुरमंत्र दा जाप। सो इंसान दे सामने हुण ये महत्वपूर्ण चुनौती है कि वो इन्हां दोनों मंडलों विचों किहड़े मंडल विच विचरना ते वसना चाहुंदा है। इस चोण दा निर्णय फैसला ये साडे निश्चयां भावनावां ते अनुभव ते निर्भर है। गुरबाणी विचार लेख नंबर 5, थिर कर बैसो हर जन प्यार।
ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਆਪਣੇ ਆਤਮਿਕ ਅਨੁਭਵ ਵਿੱਚੋਂ ਲਿਖੀਆਂ ਹਨ, ਜਿਹੜੀਆਂ ਸਾਨੂੰ ਆਤਮਿਕ ਸੇਧ ਦੇਣ ਤੋਂ ਇਲਾਵਾ ਗੁਰਬਾਣੀ ਇਹਨਾਂ ਲਿਖਤਾਂ ਨੂੰ ਪੜ੍ਹਨ ਨਾਲ ਗੁਰਬਾਣੀ ਵੀ ਮਿੱਠੀ ਲੱਗਦੀ ਹੈ। ਜਿਵੇਂ ਹੁਣ ਆਪ ਜੀ ਨੇ ਸੁਣਿਆ, ਥਿਰ ਕਰ ਬੈਸੋ ਹਰ ਜਨ ਪਿਆਰੇ, ਪਹਿਲੇ ਵੀ ਅਸੀਂ ਕਿੰਨੇ ਵਾਰੀ ਇਹ ਸ਼ਬਦ ਸੁਣਿਆ ਹੋਵੇਗਾ। ਹੁਣ ਜਦੋਂ ਦੁਬਾਰਾ ਕੀਰਤਨ 'ਚ ਇਹ ਸ਼ਬਦ ਸੁਣਾਂਗੇ, ਸਾਡਾ ਮਨ ਹੋਰ ਗਹਿਰੇ ਇਸ ਪੰਕਤੀ ਦੇ ਭਾਵ ਵਿੱਚ ਜਾਵੇਗਾ। ਜਿੰਨਾ ਗਹਿਰਾ ਖੁੱਬੇਗਾ ਗੁਰਬਾਣੀ ਵਿੱਚ, ਉਨਾ ਗੁਰਬਾਣੀ ਦਾ ਰਸ ਆਵੇਗਾ। ਇਸ ਤਰ੍ਹਾਂ ਜਿਹੜੀਆਂ ਲਿਖਤਾਂ ਅਸੀਂ ਪੜ੍ਹਦੇ ਹਾਂ, ਜਿਵੇਂ ਗੁਰਮੁਖ ਹੋਏ ਸੋ ਅਲਿਪਤੋ ਵਰਤ ਹੈ, ਹੁਣ ਤਾਂ ਅਸੀਂ ਓਪਰੇ ਜੇ ਭਾਵ ਲੈ ਲੈਂਦੇ ਹਾਂ। ਜਦੋਂ ਲਿਖਤ ਪੜ੍ਹੀ, ਫਿਰ ਗੁਰਬਾਣੀ ਦਾ ਕੀਰਤਨ ਸੁਣਾਂਗੇ, ਫਿਰ ਅਲਿਪਤ ਵਰਤਣ ਦਾ ਉਹ ਭਾਵ ਸਾਡੇ ਹਿਰਦੇ ਵਿੱਚ ਹੋਏਗਾ, ਫਿਰ ਡੂੰਘੀ ਖੁੱਬੇਗੀ ਉਸ ਪੰਕਤੀ ਵਿੱਚ ਸਾਡੀ ਸੁਰਤ, ਫਿਰ ਸਵਾਦ ਆਵੇਗਾ। ਕਿਉਂਕਿ ਗੁਰਬਾਣੀ ਦੀ ਜਿੰਨੀ ਡੂੰਘਾਈ ਵਿੱਚ ਜਾਵਾਂਗੇ, ਉਤਨਾ ਸਵਾਦ ਜ਼ਿਆਦਾ ਹੈ। ਇਸ ਕਰਕੇ ਇਹਨਾਂ ਲਿਖਤਾਂ ਦੇ ਦੋ ਫਾਇਦੇ ਨੇ। ਇੱਕ ਤਾਂ ਜਿੱਥੇ ਸਾਨੂੰ ਇਹ ਸੇਧ ਦਿੰਦੀ ਹੈ ਪਰਮਾਰਥ ਦੇ ਰਸਤੇ 'ਤੇ, ਉੱਥੇ ਇਹਨਾਂ ਲਿਖਤਾਂ ਦੇ ਪੜ੍ਹਨ ਦੇ ਨਾਲ ਸਾਨੂੰ ਗੁਰਬਾਣੀ ਵੀ ਮਿੱਠੀ ਲੱਗਦੀ ਹੈ। ਕਿਉਂਕਿ ਗੁਰਬਾਣੀ ਦੇ ਅੰਤਰੀਕ ਭਾਵ ਦੀ ਵਿਚਾਰ ਹੈ। 132 ਲਿਖਤਾਂ ਅਲੱਗ-ਅਲੱਗ ਵਿਸ਼ਿਆਂ 'ਤੇ, ਜਿਸ ਵਿਸ਼ੇ 'ਤੇ ਲਿਖੇ ਹੋਏ ਲੇਖ ਅਸੀਂ ਪੜ੍ਹਾਂਗੇ, ਅਤੇ ਉਸ ਪੰਕਤੀ ਨੂੰ ਜਦੋਂ ਅਸੀਂ ਗੁਰਬਾਣੀ ਕੀਰਤਨ ਦੁਆਰਾ ਸਰਵਣ ਕਰਾਂਗੇ, ਸਾਡੀ ਸੁਰਤ ਉਸ ਵਿੱਚ ਜ਼ਿਆਦਾ ਖੁੱਬੇਗੀ, ਜ਼ਿਆਦਾ ਸਾਨੂੰ ਗੁਰਬਾਣੀ ਵਿੱਚ ਸਵਾਦ ਆਵੇਗਾ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ, ਇੱਕ ਦੋ 3 4 ਲਿਖਤਾਂ ਜ਼ਰੂਰ ਲੈ ਜਾਣ ਦੀ ਕਿਰਪਾਲਤਾ ਕਰਨੀ। ਸਾਰਿਆਂ ਦੀ ਪਹੁੰਚ ਲਈ ਇਸ ਕਰਕੇ ਇਹਨਾਂ ਦੀ ਕੀਮਤ ਵੀ ਨਾਮ ਮਾਤਰ ਰੱਖੀ ਗਈ ਹੈ, ਲਾਗਤ ਤੋਂ ਵੀ ਘੱਟ, ਸਿਰਫ 1 ਰੁਪਇਆ। ਤਾਂ ਕਿ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਲਿਖਤਾਂ ਹਨ ਬਹੁਤ ਮਹਿੰਗੀਆਂ ਹਨ, ਲਿਟਰੇਚਰ ਬੜਾ ਮਹਿੰਗਾ ਹੈ। ਸੋ ਮਹਾਂਪੁਰਖਾਂ ਨੇ ਇਸ ਲਈ ਇਤਨੀ ਘੱਟ ਕੀਮਤ ਰੱਖੀ ਤਾਂ ਕਿ ਗਰੀਬ ਤੋਂ ਗਰੀਬ ਇਨਸਾਨ ਵੀ ਇਸ ਤੋਂ ਆਤਮਿਕ ਲਾਹਾ ਲੈ ਸਕੇ। ਸੋ ਇਸ ਕਰਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ, 2 4 5 ਲਿਖਤਾਂ, ਜਿਸ ਕੋਲ ਵਸੀਲਾ ਪੂਰਾ ਹੋਵੇ, ਇੱਕ ਸੈੱਟ ਹੀ ਲੈ ਲਓ, 132 ਰੁਪਏ ਦਾ ਪੂਰਾ ਇੱਕ ਸੈੱਟ ਹੈਗਾ, ਅਤੇ ਰੋਜ਼ ਇੱਕ ਲੇਖ ਪੜ੍ਹੀਏ, 3 4 ਵਾਰੀ ਪੜ੍ਹਾਂਗੇ, ਫਿਰ ਉਹ ਪੰਕਤੀ ਗੁਰਬਾਣੀ ਵਿੱਚ ਸੁਣਾਂਗੇ, ਗੁਰਬਾਣੀ ਸਾਨੂੰ ਮਿੱਠੀ ਲੱਗੇਗੀ। ਸੋ ਗੁਰਬਾਣੀ ਦਾ ਰਸ ਵਧਾਉਣ ਲਈ ਵੀ ਇਹ ਲਿਖਤਾਂ ਜ਼ਰੂਰੀ ਹਨ।